ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪ੍ਰੀਤਮ ਜੀ ਦਾ ਚੌਥਾ ਭਾਗ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹੁਣ ਮੈਂ ਘਬਰਾਈ, ਮੈਂ ਨਾਸਤਕ ਹਾਂ। ਮੈਂ ਪਿਤਾ ਜੀ ਨਾਲ ਅਜੇ ਕੱਲ ਚਾਰਾ ਵਾਕਿਆਂ ਦੇ ਮਤ ਨੂੰ ਖੰਡਨ ਕਰਕੇ ਜਿੱਤ ਪਾਈਏ। ਅੱਗੇ ਮੈਂ ਅੰਨੀ ਸੀ, ਹੁਣ ਮੈਂ ਨਾਸਤਕ ਹੋ ਗਈ। ਹੇ ਭਗਵਾਨ, ਇਹ ਦਾਤਾ ਲੋਕ ਮੇਰੇ ਨਾਲ ਕੀ ਕਰ ਰਿਹਾ ਹੈ? ਮੈਨੂੰ ਤਪੀ ਤੇ ਪੰਡਤ ਮੱਥੇ ਟੇਕ ਕੇ ਜਾਂਦੇ ਹਨ। ਇਹ ਗਾਲਾਂ ਦਿੰਦਾ ਹੈ ਪਰ ਫਿਰ ਪਿਆਰਾ ਲੱਗਦਾ ਹੈ। ਜੋ ਕਹੇ ਅੰਦਰ ਜਾਂਦਾ ਹੈ ਤੇ ਚੀਰ ਪਾਉਂਦਾ ਹੈ। ਦੂਜੇ ਦਿਨ ਦਾਤਾ ਜੀ ਫਿਰ ਪਿਤਾ ਜੀ ਨਾਲ ਸਾਡੇ ਘਰ ਆ ਗਏ। ਜਦ ਅੰਨ ਪਾ ਚੁੱਕੇ ਤਾਂ ਆਪ ਜੀ ਆਪੇ ਹੀ ਪਏ ਆਖਣ, ਸਾਧਨ ਯਤਨ ਮਾਤਰ, ਇਹਨਾਂ ਦਾ ਫਲ ਕੀ ਵਿਭੂਤੀ। ਤੇ ਸਾਰੇ ਇੱਥੇ ਫਸ ਗਏ। ਸਿੱਧੀਆਂ ਫਸੇ ਸਿੱਧ ਤੇ ਯੋਗੀ, ਪਾਠੀ ਚੋਏ ਦਾਰੂ ਨਿਕਲੇ ਪੀਤੇ ਤੇ ਮਤਵਾਲੇ। ਕਿਆ ਕੋਈ ਯੋਗ ਹੈ? ਕੈਵਲ ਕਿੱਥੇ ਗਿਆ? ਪੁਰਖ ਨੂੰ ਪ੍ਰਕਿਰਤੀ ਤੋਂ ਅੱਡ ਕਰ ਲਿਆ, ਕੈਵਲ ਤਾਂ ਹੋ ਗਿਆ। ਭਲਾ ਜੇ ਕੈਵਲ ਵੀ ਪ੍ਰਾਪਤ ਹੋ ਗਿਆ ਤਾਂ ਕੀ ਹੋਇਆ? ਉਹ ਜੋ ਅਨ ਈਸ਼ਵਰਵਾਦੀ ਸਾਂਖ ਪਿਆ ਕਹਿੰਦਾ ਹੈ, ਸੋ ਸਾਧਨ ਕਰਕੇ ਪੁਰਖ ਪ੍ਰਕਿਰਤੀ ਤੋਂ ਅਤੀਤ ਹੋ ਗਿਆ। ਤੇ ਯੋਗ ਨੇ ਸਾਂਖ ਨਾਲੋਂ ਜੋ ਵਾਅਦਾ ਕੀਤਾ ਸੀ ਤੇ ਦੱਸਿਆ ਸੀ ਕਿ ਕੋਈ ਵਿਸ਼ੇਸ਼ ਪੁਰਖ ਹੈ ਜੋ ਈਸ਼ਵਰ ਹੈ, ਇਹ ਈਸ਼ਵਰ ਤਾਂ ਫਿਰ ਲਾਂਬੇ ਹੀ ਤਰਿਆ ਰਹਿ ਗਿਆ। ਜੇ ਤਾਂ ਉਸ ਈਸ਼ਵਰ ਨੂੰ ਮੰਨਿਆ ਸੀ ਤਾਂ ਯੋਗ ਸਾਧਨਾ ਨਾਲ ਪਹਿਲੇ ਵਿਭੂਤੀ ਤੇ ਫਿਰ ਕੈਵਲ ਪੁਰਖ ਨੂੰ ਪ੍ਰਕਿਰਤੀ ਤੋਂ ਅਤੀਤ ਕਰਨ ਵਿੱਚ ਪਹੁੰਚਣੇ ਦੀ ਉਹ ਕਾਰ ਹੀ ਕਰਕੇ ਕੀ ਲੈਣਾ ਸੀ? ਸੰਧੀ ਮਾਤਰ ਪ੍ਰਕਿਰਤੀ ਨਾਲ ਮੇਲ ਸੀ। ਗੱਲ ਸਮਝ ਲਈ, ਪਰੇ ਹੋ ਗਏ। ਯਮ ਨਿਯਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਕੀਤੇ, ਪਰ ਪਹੁੰਚੇ ਉੱਥੇ ਹੀ। ਲਿਖਿਆ ਪਿਆ ਸੀ ਉਸੇ ਦਰਸ਼ਨ ਵਿੱਚ ਈਸ਼ਵਰ ਪ੍ਰਣਿਧਾਨ ਸੋ ਨਾ ਖਿਆਲਿਆ। ਮੈਂ ਪਰ ਨਾਲ ਲਿਖਿਆ ਹੈ ਵਾਹ ਕਿ ਇਹ ਵੀ ਇੱਕ ਰਸਤਾ ਹੈ। ਦਾਤਾ ਪਰ ਇਸ ਰਸਤੇ ਨੂੰ ਨਿਰਵਿਘਨ ਵੀ ਲਿਖਿਆ ਹੈ, ਕਿਉਂ? ਮੈਂ ਹਾਂ, ਪਤਾ ਨਹੀਂ ਕਿਉਂ। ਦਾਤਾ ਕਿਸੇ ਟੀਕਾਕਾਰ ਨੇ ਕਾਰਨ ਦੱਸਿਆ ਹੈ ਕਿ ਈਸ਼ਵਰ ਪ੍ਰਣਿਧਾਨ ਨਾਲ ਈਸ਼ਵਰ ਦੀ ਅਨੁਗ੍ਰਹਿ ਉਸ ਦੀ ਸਹਾਈ ਹੋ ਜਾਂਦੀ ਹੈ, ਇਸ ਕਰਕੇ ਵਿਘਨ ਨਹੀਂ ਪੈਂਦੇ। ਮੈਂ ਵਾਹ ਵਾਹ, ਸਵਾਦ ਆ ਗਿਆ। ਟੀਕਾਕਾਰ ਵੀ ਸੂਤਰਕਾਰਾਂ ਤੋਂ ਘੱਟ ਨਹੀਂ ਰਹਿੰਦੇ। ਦਾਤਾ ਇਹ ਵੀ ਪੜ੍ਹਿਆ ਜੇ ਕਿ ਤਪ ਸਵਾਧਿਆਏ ਤੇ ਈਸ਼ਵਰ ਪ੍ਰਣਿਧਾਨ ਕਿਰਿਆ ਯੋਗ ਹੈ। ਮੈਂ ਹਾਂ, ਠੀਕ ਹੈ, ਕਿਰਿਆ ਯੋਗ ਇਹੀ ਹੈ। ਦਾਤਾ ਫਿਰ ਜਿਸ ਦੀ ਭਗਤੀ ਕਰਾਂਗੇ ਉਸ ਦੀ ਅਨੁਗ੍ਰਹਿ ਹੋਵੇਗੀ, ਜਿਸ ਦੀ ਅਨੁਗ੍ਰਹਿ ਹੋਵੇਗੀ ਉਸ ਨੂੰ ਪ੍ਰਾਪਤ ਹੋਵਾਂਗੇ ਕਿ ਨਾ? ਮੈਂ ਉਹੀ ਕਿੱਧਰ ਲਿਜਾ ਰਹੇ ਹੋ? ਠੀਕ ਤਾਂ ਹੈ। ਦਾਤਾ ਫਿਰ ਮੈਂ ਯੋਗ ਦਰਸ਼ਨ ਨੇ ਤਾਂ ਸਾਂਖ ਚੂਲਿਕਾ ਨੇ ਸ਼ਾਂਖ ਦੇ 25 ਤੱਤਾਂ ਦੇ ਨਾਲ ਈਸ਼ਵਰ ਵੀ ਇੱਕ ਤੱਤ ਰਲਾ ਦਿੱਤਾ। ਪ੍ਰਕਿਰਤੀ ਪੁਰਖ ਤੇ ਈਸ਼ਵਰ ਤ੍ਰੈ ਅਨਾਦਿ ਤੇ ਨਿਤਯ ਹੋ ਗਏ। ਅਨ ਈਸ਼ਵਰਵਾਦਤਾ ਤਾਂ ਘਟੀ, ਪਰ ਆਸਤਕਤਾ ਦਾ ਮਨੋਰਥ ਅਜੇ ਵੀ ਨਾ ਹੋਇਆ। ਕੀ ਇਹ ਆਖ ਰਹੇ ਹੋ? ਦਾਤਾ ਆਖ ਰਿਹਾ ਹਾਂ ਕਿ ਤੁਸੀਂ ਵਿਦਿਆ ਨੈਣਹੀਣਿਆਂ ਤੋਂ ਪਾਈ ਹੈ। ਉਹਨਾਂ ਤੁਹਾਨੂੰ ਸਿਖਾਇਆ ਕਿ ਨਿਰਾ ਨਿਰੁੱਧ ਯੋਗ ਹੈ। ਇਹ ਨਾ ਦੱਸਿਆ ਕਿ ਨਿਰੁੱਧ ਹੋ ਕੇ ਈਸ਼ਵਰ ਪ੍ਰਣਿਧਾਨ ਯੋਗ ਹੈ। ਮੈਂ ਪਰ ਪੜ੍ਹਾਉਣ ਵਾਲਾ ਕੀ ਕਰੇ ਜਦ ਸ਼ਾਸਤਰ ਵਿੱਚ ਨਾਲ ਵਾਹ ਕਿਹਾ ਹੈ ਕਿ ਈਸ਼ਵਰ ਪ੍ਰਣਿਧਾਨ ਨਾਲ ਵੀ ਸਮਾਧੀ ਹੁੰਦੀ ਹੈ। ਵਾਹ ਕਹਿਣ ਨਾਲ ਗੱਲ ਗੌਣ ਹੋ ਗਈ ਤੇ ਫਿਰ ਵੀ ਸਮਾਧੀ ਕਿਹੜੀ? ਪੁਰਖ ਦੀ ਆਪਣੇ ਸਰੂਪ ਵਿੱਚ ਸਥਿਤੀ ਕੈਵਲ ਮਾਤਰ। ਦਾਤਾ ਜੀ ਲੰਮਾ ਸਾਹ ਲੈ ਕੇ ਪੜ੍ਹਾਉਣ ਵਾਲੇ ਨੇ ਇਹ ਗੱਲ ਨਾ ਖੋਲੀ ਕਿ ਤਪ ਸਵਾਧਿਆਏ ਤੇ ਈਸ਼ਵਰ ਪ੍ਰਣਿਧਾਨ ਦਾ ਨਾਮ ਕਿਰਿਆ ਯੋਗ ਹੈ। ਸ਼ਾਸਤਰ ਵੀ ਬਨ ਹੈ। ਕਰਨੀਹੀਨ ਤੋਂ ਪੜ੍ਹਿਆ ਇਸ ਵਿੱਚ ਹੀ ਗਵਾਚ ਜਾਣ ਦਾ ਡਰ ਆਉਂਦਾ ਹੈ। ਇਹ ਕਹਿ ਕੇ ਬੁੱਲ ਟੁਕਦੇ ਚੁੱਪ ਹੋ ਗਏ। ਕੁਝ ਚਿਰ ਮਗਰੋਂ ਚੁੱਪ ਨੂੰ ਤੋੜਨ ਲਈ ਮੈਂ ਫਿਰ ਗੱਲ ਛੇੜੀ। ਮੈਂ ਨਾਸਤਕ ਕਿਹਨੂੰ ਹਾਂ? ਦਾਤਾ ਜੀ ਹੱਸ ਪਏ। ਫਿਰ ਪੁੱਛਿਆ, ਦਾਤਾ ਆਸਤਕ ਹੈ ਤਾਂ ਤੇਰਾ ਰੱਬ ਕਿੱਥੇ ਹੈ? ਮੈਂ ਸਾਰੇ ਵਿਆਪਕ ਹੈ। ਦਾਤਾ ਤੇਰਾ ਰੱਬ ਤੇਰੇ ਪਾਸ ਹੈ ਕਿ ਨਹੀਂ? ਮੈਂ ਜੋ ਸਾਰੇ ਹੈ ਤਾਂ ਮੇਰੇ ਪਾਸ ਵੀ ਹੈ। ਦਾਤਾ ਤੇਰੇ ਪਾਸ ਹੈ
ਤਾਂ ਕਿੱਥੇ ਹੈ? ਮੈਂ ਅੰਗੁਸ਼ਟ ਪ੍ਰਮਾਣ ਅੰਗੂਠੇ ਜਿੰਨਾ ਮੇਰੇ ਹਿਰਦੇ ਵਿੱਚ ਬੈਠਾ ਹੈ। ਦਾਤਾ ਕਿਹੋ ਜਿਹਾ ਹੈ? ਮੈਂ ਕੋਈ ਡਿੱਠਾ ਥੋੜਾ ਹੈ। ਦਾਤਾ ਭਾਸਦਾ ਹੈ, ਪ੍ਰਤੀਤ ਹੁੰਦਾ ਹੈ ਕਿ ਹੈ? ਮੈਂ ਹਾਂਜੀ। ਦਾਤਾ ਸੱਚ ਚਰਚਾਵਾਦ ਦੇ ਵੇਲੇ ਕਿ ਕਦੇ ਅੱਗੇ ਪਿੱਛੇ ਵੀ? ਮੈਂ ਅੱਗੇ ਪਿੱਛੇ ਕੀ ਮਤਲਬ? ਦਾਤਾ ਰੱਬ ਹੈ, ਇਹ ਖਿਆਲ ਦਿਨ ਰਾਤ ਵਿੱਚ ਕਿੰਨਾ ਚਿਰ ਅੰਦਰ ਰਹਿੰਦਾ ਹੈ? ਮੈਂ ਕਿੰਨਾ ਚਿਰ ਕੀ ਮਤਲਬ? ਦਾਤਾ ਕਦੇ ਚਰਚਾਵਾਦ ਵੇਲੇ, ਕਥਾ ਕਰਨ ਵੇਲੇ, ਜਾਂ ਕਿਤੇ ਐਵੇਂ ਫੁਰਨਾ ਮਾਤਰ ਆਇਆ, ਹਵਾ ਦੇ ਬੁੱਲੇ ਵਾਂਗ ਲੰਘ ਗਿਆ। ਮੈਂ ਘਬਰਾ ਕੇ ਪਰ ਫਿਰ ਸੰਭਲ ਕੇ ਕਿਹਾ, ਸੱਚ ਕਿਹਾ ਨੇ, ਕਦੇ ਕਦਾਈ। ਦਾਤਾ ਜਿੰਨਾ ਚਿਰ ਇਹ ਖਿਆਲ ਅੰਦਰ ਨਹੀਂ ਰਹਿੰਦਾ ਕਿ ਰੱਬ ਹੈ, ਉਹਨਾਂ ਚਿਰ ਹੈ ਦਾ ਖਿਆਲ ਜਾਂ ਆਸਤਕ ਭਾਵ, ਰੱਬ ਦੇ ਹੋਣ ਦਾ ਭਾਵ ਅੰਦਰ ਹੀ ਨਹੀਂ ਤਾਂ ਤੁਹਾਡੀ ਪ੍ਰਤੀਤੀ ਵਿੱਚ ਉਹ ਕਿਸ ਤਰ੍ਹਾਂ ਆਇਆ ਹੈ? ਜੇ ਨਹੀਂ ਤਾਂ ਕਿਹਨੂੰ ਕਹਿੰਦੇ ਹੋ ਕਿ ਅੰਦਰ ਹੈ ਅਰ ਭਾਸਦਾ ਹੈ? ਜੇ ਰੱਬ ਹੈ, ਇਹ ਭਾਵ ਲਗਾਤਾਰ ਹੀ ਅੰਦਰ ਨਹੀਂ ਹੈ ਤਾਂ ਤੂੰ ਆਸਤਕ ਕਿਸ ਤਰ੍ਹਾਂ ਹੈ? ਜੇ ਅਸਤ ਹੈ ਦਾ ਭਾਵ ਲਗਾਤਾਰ ਅਟੁੱਟ ਅੰਦਰ ਹੈ ਤਾਂ ਆਸਤਕ। ਮੈਂ ਘਬਰਾ ਕੇ, ਦਾਤਾ ਲੋਕ ਤੇਰਾ ਕੋਸ਼ ਵੱਖਰਾ, ਤੇਰਾ ਟੀਕਾ ਅਨੋਖਾ, ਪਰ ਹੈ ਜ਼ੋਰਦਾਰ। ਦਾਤਾ ਫਿਰ ਤੂੰ ਨਾ ਅਸਤ ਵਾਲੀ ਆਸਤਕ ਨਾਸਤਕ ਹੈ ਕਿ ਨਹੀਂ? ਮੈਂ ਖਿਆਲ ਜਾਂ ਸਮਝ ਵਿੱਚ ਤਾਂ ਨਹੀਂ। ਮੈਂ ਸ਼ਰੂਤੀ ਪੜ੍ਹੀ ਹੈ, ਸ਼ਰੂਤੀ ਪਰਮਾਤਮਾ ਨੂੰ ਕਰਤਾ ਮੰਨਦੀ ਹੈ, ਮੈਂ ਮੰਨਦੀ ਹਾਂ, ਮੈਂ ਨਾਸਤਕ ਨਹੀਂ ਹਾਂ। ਦਾਤਾ ਪਰ ਸ਼ਰੂਤੀ ਨੇ ਜੋ ਪਰਮਾਤਮਾ ਦਾ ਰੂਪ ਪ੍ਰਤੀਪਾਦਨ ਕੀਤਾ ਹੈ, ਉਸ ਦਾ ਪਹਿਲਾ ਪਦ ਤੂੰ ਨਹੀਂ ਪੜ੍ਹਿਆ। ਕੀ ਤੈਨੂੰ ਸਤ ਯਾਨੀ ਹੈ ਦਾ ਭਾਵ ਪ੍ਰਾਪਤ ਹੈ? ਮੈਂ ਕੀ ਆਖਾਂ? ਦਾਤਾ ਸੱਚ। ਮੈਂ ਸੱਚ ਕਹਿੰਦਿਆਂ ਸੰਗ ਆਉਂਦੀ ਹੈ, ਪਰ ਹੈ ਇਸੇ ਤਰ੍ਹਾਂ ਹੀ ਜਿਵੇਂ ਤੁਸਾਂ ਆਖਿਆ ਹੈ। ਮਨ ਉੱਡਦਾ ਹੈ, ਸਤਿਅ ਪ੍ਰਤੀਤੀ ਨਹੀਂ ਹੈ। ਦਾਤਾ ਤੁਹਾਡਾ ਅਨੁਭਵ ਆਸਤਿਕਤਾ ਵੱਲੋਂ ਬੰਦ ਹੈ। ਤੁਹਾਡੇ ਅੰਦਰ ਹੈ ਦਾ ਲਗਾਤਾਰੀ ਭਾਵ ਨਹੀਂ, ਨਾ ਉਹ ਬਿਰਤੀ ਵਿੱਚ ਸਦਾ ਅਰੂੜ ਹੈ, ਨਾ ਕਦੇ ਤੁਸਾਂ ਉਸ ਨੂੰ ਅਨੁਭਵ ਕੀਤਾ ਹੈ। ਮੈਂ ਸੋਚ ਕੇ, ਤੇ ਇਉਂ ਤਾਂ ਠੀਕ ਹੈ, ਤੇ ਇਉਂ ਮੈਂ ਨਾਸਤਕ ਹਾਂ, ਪਰ ਹੇ ਦਾਤਾ ਮੈਨੂੰ ਵਿਦਿਆ ਜਿਸ ਪਾਸੇ ਲੈ ਗਈ ਸੀ ਤੂੰ ਉਸ ਵਿੱਚੋਂ ਮੈਨੂੰ ਕਿਹੜੇ ਪਾਸੇ ਲਿਜਾ ਰਿਹਾ ਹੈ? ਮੇਰਾ ਕਲੇਜਾ ਹਿਲ ਚੁੱਕਾ ਹੈ, ਮੇਰਾ ਮਨ ਟੁੱਟ ਰਿਹਾ ਹੈ, ਉਦਾਸੀ ਛਾਉਂਦੀ ਹੈ ਔਰ ਸੁੱਖ ਜਾ ਰਿਹਾ ਹੈ। ਪਰ ਫਿਰ ਤੂੰ ਮਾੜਾ ਨਹੀਂ ਲੱਗਦਾ, ਤੇਰੀਆਂ ਗੱਲਾਂ ਫਿਰ ਸੁਣਨ ਨੂੰ ਜੀ ਕਰਦਾ ਹੈ। ਸਾਫ਼ ਦੱਸ ਮੈਂ ਕੀ ਕਰਾਂ? ਇਹ ਮੇਰੇ ਕਹਿੰਦਿਆਂ ਉਹਨਾਂ ਦਾ ਰੰਗ ਬਦਲ ਗਿਆ, ਨੈਣ ਮੁੰਦ ਗਏ। ਪ੍ਰੀਤਮ ਜੀ ਵਾਕ ਨਿਕਲਿਆ, ਜਲ ਪਰ ਆਇਆ ਤੇ ਛਮ ਛਮ ਤਰੇਪੇ ਕਰੇ। ਮੈਨੂੰ ਵੀ ਕੰਬੜੀ ਆਈ, ਅੱਖਾਂ ਬੰਦ ਹੋ ਗਈਆਂ, ਆ ਮੁਹਾਰੇ ਅੰਜੂ ਕਰੇ ਤੇ ਸੁੱਧ ਨਹੀਂ ਰਹੀ। ਚਿਰ ਪਿੱਛੋਂ ਮੇਰੇ ਨੇਤਰ ਖੁੱਲੇ। ਦਾਤਾ ਜੀ ਪਿੱਠ ਫੇਰ ਚੁੱਕੇ ਸਨ, ਡਿਉਢੀ ਤੱਕ ਪਹੁੰਚ ਚੁੱਕੇ ਸਨ, ਪਰ ਇਹ ਕਹਿੰਦੇ ਜਾਂਦੇ ਸਨ, ਤੂੰ ਮੁਰਦਾ ਹੈ, ਤੂੰ ਮੁਰਦਾ ਹੈ, ਤੂੰ ਮੁਰਦਾ ਹੈ। ਮੇਰੇ ਅੰਦਰ ਭੈ ਛਾ ਗਿਆ। ਮੈਂ ਮੁਰਦਾ ਹਾਂ? ਪਹਿਲੇ ਅੰਨੀ ਬਣਾਇਆ, ਫਿਰ ਨਾਸਤਕ ਬਣਾਇਆ, ਹੁਣ ਮੁਰਦਾ ਬਣਾ ਦਿੱਤਾ। ਮੈਂ ਕੀ ਕਰਾਂ? ਜੀ ਨੇ ਕਿਹਾ ਪਿਤਾ ਜੀ ਨੂੰ ਕਹੋ, ਪਰ ਇੱਕ ਭੈ ਆਇਆ ਔਰ ਮੈਂ ਚੁੱਪ ਕਰ ਰਹੀ। ਰਾਤ ਮੈਂ ਸੌਣ ਲੱਗੀ ਤਾਂ ਕੰਨ ਬਾਰ-ਬਾਰ ਸੁਣਦੇ ਸਨ, ਤੂੰ ਮੁਰਦਾ ਹੈ। ਸੋ ਇਸੇ ਵਹਿਮ ਵਿੱਚ ਮੈਂ ਸੌਂ ਗਈ। 2-4 ਦਿਨ ਦਾਤਾ ਜੀ ਨਜ਼ਰ ਨਹੀਂ ਪਏ। ਮੇਰੇ ਸਰੀਰ ਦੀ ਖੁਸ਼ੀ ਤੇ ਮੌਜਾਂ ਦੀ ਸਮਾਪਤੀ ਹੋ ਗਈ। ਭਾਵੇਂ ਬਹੁਤ ਪੜਨ ਕਰਕੇ ਮੈਂ ਕਈ ਵੇਰ ਸਿਰ ਦਰਦ, ਹਾਜ਼ਮੇ ਦੇ ਵਿਗਾੜ ਕਰਕੇ ਕ੍ਰੋਧਣ ਤੇ ਚਿੜਚਿੜੀ ਹੋ ਕੇ ਦੁਖੀ ਹੋਇਆ ਕਰਦੀ ਸਾਂ, ਪਰ ਹੁਣ ਤਾਂ ਮੈਂ ਡਾਵਾਂਡੋਲ ਤੇ ਉਦਾਸ ਜਿਹੀ ਹੋ ਗਈ। ਫਿਕਰ ਤੇ ਸੋਚਾਂ ਪੈ ਗਈਆਂ। ਵਿਦਿਆ ਦੇ ਸਾਰੇ ਖਿਆਲ, ਯੁਕਤੀਆਂ, ਤਰਕ ਵਿਤਰਕਾਂ ਨਾਲ ਜੀ ਨੂੰ ਇਹਨਾਂ ਵਹਿਣਾਂ ਵਿੱਚੋਂ ਕੱਢਾਂ, ਪਰ ਨਿਕਲ ਨਾ ਸਕਾਂ। ਮਾਤਾ ਪਿਤਾ ਜੀ ਵੀ ਫਿਕਰ ਕਰਨ ਲੱਗੇ, ਮੈਨੂੰ ਪੁੱਛਣ ਕਿ ਤੂੰ ਲਿੱਸੀ ਕਿਉਂ ਹੋ ਰਹੀ ਹੈ। ਪਰ ਜਿਸ ਵੇਲੇ ਕੁਝ ਕਹਿਣ ਲੱਗਾ, ਆਪਣੀ ਮੂਰਖਤਾ ਦੇ ਇਕਰਾਰ ਦੀ ਸ਼ਰਮ ਮੈਨੂੰ ਕੁਝ ਨਾ ਕਹਿਣ ਦੇਵੇ। ਨਾਲੇ ਡਰ ਲੱਗੇ ਕਿ ਮਤੇ ਪਿਤਾ ਜੀ ਦਾਤਾ ਜੀ ਦਾ ਆਉਣਾ ਬੰਦ ਕਰ ਦੇਣ, ਤੇ ਇਹ ਮੇਰਾ ਜੀ ਕਰਦਾ ਸੀ ਕਿ ਉਹ ਆਉਣ ਤੇ ਹੋਰ ਬਚਨ ਸੁਣਾ। ਇਸ ਲਈ ਮਾਪਿਆਂ ਨੂੰ ਕੁਛ ਨਾ ਦੱਸੇ। 6ਵੇਂ ਕੋ ਦਿਨ ਦਾਤਾ ਜੀ
ਲਾਲ ਸਿਉਂ ਵਾਂਗ ਪੱਕਦੇ ਖੁਸ਼ੀ ਖੁਸ਼ੀ ਇਹ ਕੁਝ ਗਾਉਂਦੇ ਮੈਨੂੰ ਨਦੀ ਦੇ ਕਿਨਾਰੇ ਤੇ ਮਿਲ ਪਏ। ਤ੍ਰਿਸ਼ਨ ਬੁਝੀ ਮਮਤਾ ਗਈ, ਨਾਠੇ ਪੈ ਪਰਮਾ, ਥਿਤ ਪਾਈ ਆਨੰਦ ਪਿਆ, ਗੁਰ ਕੀਨੇ ਧਰਮਾ। ਮੈਂ ਸਿਰ ਨਿਵਾ ਕੇ ਪੁੱਛਿਆ, ਦਾਤਾ ਜੀ ਕੀ ਮੈਂ ਮੁਰਦਾ ਹਾਂ? ਪ੍ਰਕਿਰਤੀ ਦਾ ਹਿੱਸਾ ਤਾਂ ਮੁਰਦਾ ਹੈ, ਪਰ ਮੈਂ ਤਾਂ ਜਾਗਦੀ ਜੋਤ ਹਾਂ। ਦਾਤਾ ਹੱਸ ਕੇ, ਮੁਰਦਾ ਦੇ ਸੰਗ ਵਿੱਚ ਜਿਉਂਦਾ ਮੁਰਦਾ ਹੋ ਰਿਹਾ ਹੈ। ਮੇਰੀ ਸਮਝ ਵਿੱਚ ਨਹੀਂ ਪੈਂਦਾ ਕੀ ਕਹੂੰ। ਦਾਤਾ ਆਓ ਖਾਂ ਵੇਖੀਏ। ਭਲਾ ਜੇ ਤੁਹਾਡੇ ਪਿਤਾ ਦੇ ਬਾਗ ਵਿੱਚ ਇੱਕ ਸੋਹਣਾ ਗੁਲਾਬ ਦਾ ਬੂਟਾ ਹੋਵੇ ਤੇ ਤੁਸੀਂ ਮੋਤੀ ਸਾੜ ਕੇ ਉਸ ਦੀਆਂ ਜੜ੍ਹਾਂ ਵਿੱਚ ਰੇਹ ਬਣਾ ਕੇ ਪਾ ਦਿਓ ਤਾਂ ਤੁਸੀਂ ਮੂਰਖ ਹੋ ਜਾਂ ਸਿਆਣੇ? ਮੈਂ ਮੂਰਖ। ਦਾਤਾ ਕਿਉਂ? ਮੈਂ ਇਤਨੀ ਕੀਮਤੀ ਚੀਜ਼ ਇੱਕ ਮਾਮੂਲੇ ਬੂਟੇ ਨੂੰ ਪਾ ਦਿਆਂ? ਦਾਤਾ ਭਲਾ ਦੋਵਾਂ ਵਿੱਚੋਂ ਵੱਡਾ ਕੌਣ ਹੈ? ਮੈਂ ਮੋਤੀ। ਦਾਤਾ ਕੀ ਮੋਤੀ ਖਾ ਪੀ ਵੱਧ ਮੋਲ ਸਕਦਾ ਹੈ? ਮੈਂ ਨਹੀਂ। ਦਾਤਾ ਫਿਰ ਵੱਡਾ ਕੌਣ ਹੈ? ਮੈਂ ਮੋਤੀ, ਕਿਉਂਕਿ ਮੋਤੀ ਦਾ ਮੁੱਲ ਬਹੁਤ ਹੈ। ਦਾਤਾ ਹਾਂ ਇਹੋ ਤਾਂ ਖੇਡ ਹੈ, ਤੁਹਾਨੂੰ ਮੁੱਲ ਪਾਉਣ ਦੀ ਸੋਝੀ ਨਹੀਂ ਆਈ। ਮੁੱਲ ਤਾਂ ਜੀਵਨ ਮੌਤ ਦੇ ਨੁਕਤੇ ਤੋਂ ਪਾਇਆ ਜਾਂਦਾ ਹੈ, ਨਿਰਾ ਬਣੀਏ ਦੀ ਕੀਮਤ ਤੋਂ ਨਹੀਂ ਪਾਈਦਾ। ਹਾਂ ਮੈਂ ਪੁੱਛਦਾ ਹਾਂ, ਜੀਵਨ ਨੂੰ ਨਜ਼ਰ ਵਿੱਚ ਲਿਆ ਤੇ 10 ਦੋਹਾਂ ਵਿੱਚੋਂ ਕੌਣ ਵੱਡਾ ਹੈ? ਮੈਂ ਗੁਲਾਬ, ਕਿਉਂਕਿ ਮੋਤੀ ਮੁਰਦਾ ਹੈ ਤੇ ਗੁਲਾਬ ਜਿਉਂਦਾ ਹੈ। ਮੋਤੀ ਨਾਲੋਂ ਗੁਲਾਬ ਜੀਵਨ ਵਿੱਚ ਬਹੁਤ ਉੱਚਾ ਹੈ। ਦਾਤਾ ਬੱਕਰੀ ਗੁਲਾਬ ਖਾ ਜਾਵੇ ਤਾਂ ਤੁਸੀਂ ਕੀ ਆਖਸੋ? ਮੈਂ ਹੁਣ ਤਾਂ ਸਮਝ ਪੈ ਗਈ ਹੈ ਕਿ ਬੱਕਰੀ ਜੀਵਨ ਦੇ ਲੇਖੇ ਵੇਖੀਏ ਤਾਂ ਗੁਲਾਬ ਕੋਲੋਂ ਉੱਚੇ ਦਰਜੇ ਦੀ ਸ਼੍ਰੇਣੀ ਵਿੱਚ ਹੈ ਤੇ ਇਸ ਦੀ ਕੀਮਤ ਪਾਉਣ ਵਿੱਚ ਵਧੇਰੇ ਅਮੋਲਕ ਹੈ। ਦਾਤਾ ਤਦ ਬੱਕਰੀ ਦੇ ਸਾਹਮਣੇ ਗੁਲਾਬ ਮੁਰਦਾ ਹੈ। ਮੈਂ ਹਾਂ। ਦਾਤਾ ਇਸ ਤਰ੍ਹਾਂ ਆਦਮੀ ਦੇ ਮੁਕਾਬਲੇ ਤੇ ਬੱਕਰੀ ਕੀ ਹੈ? ਮੈਂ ਮੁਰਦਾ। ਪਰ ਇਹ ਦੱਸੋ ਕਿ ਆਦਮੀ ਕਿਸ ਅੱਗੇ ਮੁਰਦਾ ਹੈ? ਦਾਤਾ ਜਿਉਂਦੇ ਅੱਗੇ। ਮੈਂ ਤੇ ਜਿਉਂਦਾ ਕੌਣ ਹੈ? ਦਾਤਾ ਜੋ ਆਪਣੇ ਅਸਲੇ ਵਿੱਚ, ਆਪਣੇ ਅਸਲ ਸਰੂਪ ਵਿੱਚ ਆਪਣੇ ਕਾਰਨ ਨਾਲ ਅਵਿਛੜ ਜੁੜਿਆ ਹੈ, ਉਹ ਸੁਰਜੀਤ ਹੈ, ਜਾਗਦਾ ਹੈ, ਜਿਉਂਦਾ ਹੈ। ਉਹ ਜਿਉਂਦੇ ਅਣਜਿਉਂਦੇ ਦਾ ਮੁੱਲ ਜਾਣਦਾ ਹੈ। ਮੈਂ ਉਹ ਕਿੱਦਾਂ? ਦਾਤਾ ਅਸਲ ਰੂਪ ਸਾਡਾ ਹੈ ਪ੍ਰੇਮ ਤੇ ਆਨੰਦ, ਪਰ ਅਸੀਂ ਸਾਰਾ ਦਿਨ ਸੋਚਾਂ, ਹਿਸਾਬਾਂ, ਮੁਰਦੇ ਵਹਿਣਾਂ ਵਿੱਚ ਦੁਖੀ, ਚਿੰਤਾਤੁਰ ਤੇ ਔਖੇ ਹਾਂ। ਤੁਸੀਂ ਜਾਣਦੇ ਹੋ ਪ੍ਰੇਮ ਦਾ ਉਹ ਕੀ ਪ੍ਰਕਾਸ਼ ਪ੍ਰਗਟ ਰੂਪ ਹੈ ਜਿਸ ਵਿੱਚੋਂ ਸਾਡੀ ਬੁੱਧੀ ਜਾਂ ਮਨ ਨੂੰ ਸਮਝ ਪੈ ਸਕੇ ਕਿ ਆਹ ਪ੍ਰੇਮ ਹੈ? ਮੈਂ ਪਤਾ ਨਹੀਂ। ਦਾਤਾ ਖਿੱਚ। ਮੈਂ ਹੈ ਖਿੱਚ? ਦਾਤਾ ਜਦ ਕਿਸੇ ਪਾਸੇ ਸਾਡਾ ਮਨ ਧੂ ਖਾਂਦਾ ਹੈ, ਖਿੱਚਿਆ ਜਾਂਦਾ ਹੈ, ਤਾਂ ਅਸੀਂ ਜਾਣਦੇ ਹਾਂ ਕਿ ਸ਼ੈ ਨਾਲ ਸਾਨੂੰ ਪਿਆਰ ਹੈ। ਮੈਂ ਸੋਚ ਕੇ ਹੈ ਤਾਂ ਠੀਕ। ਦਾਤਾ ਫਿਰ ਜਿਸ ਦੇ ਅੰਦਰ ਧੂ ਨਹੀਂ ਪਈ ਉਸ ਦੇ ਅੰਦਰ ਪ੍ਰੇਮ ਨੇ ਪ੍ਰਕਾਸ਼ ਨਹੀਂ ਪਾਇਆ, ਉਹ ਸੁੱਤਾ ਹੈ ਜਾਂ ਮੂਰਛਿਤ ਹੈ? ਮੈਂ ਜੀ ਹਾਂ। ਦਾਤਾ ਸਾਡਾ ਸਰੂਪ ਪ੍ਰੇਮ ਹੈ। ਜਦ ਪ੍ਰੇਮ ਮੂਰਛਤ ਹੈ ਤਾਂ ਅਸੀਂ ਆਪਣੇ ਸਰੂਪ ਵਿੱਚ ਜਿਉਂਦੇ ਕਿਕੂ ਹਾਂ? ਮੈਂ ਠੀਕ ਹੈ, ਪ੍ਰੇਮ ਆਖੀਦਾ ਤਾਂ ਹੈ, ਪਰ ਖਿੱਚ ਤਾਂ ਕਦੇ ਪਲ ਭਰ ਲਈ ਕਿਸੇ ਲੋਭ ਲਾਲਚ ਸੁੱਖ ਦੀ ਲੋੜ ਕਿਸੇ ਪਾਸੇ ਪੈ ਜਾਵੇ ਤਾਂ ਪੈ ਕੇ ਫਿਰ ਬਸ ਅਸੀਂ ਉਸੇ ਤਰ੍ਹਾਂ ਦੇ ਖੁਸ਼ਕ ਜਿਹੇ ਕਿਸੇ ਬਜਵੇਂ ਹਿਸਾਬਾਂ ਵਿੱਚ ਤੁਰਨ ਵਾਲੇ ਹੋ ਜਾਂਦੇ ਹਾਂ। ਦਾਤਾ ਕਿਸੇ ਵੱਲ ਖਿੱਚ ਦਾ ਅਰਥ ਹੈ ਕਾਰਜ ਵੱਲ ਖਿੱਚ। ਖਿੱਚ ਚਾਹੀਏ ਕਾਰਨ ਵੱਲ। ਕਾਰਨ ਹੈ ਵਾਹਿਗੁਰੂ, ਬ੍ਰਹਮ, ਈਸ਼ਵਰ। ਜਦ ਉਧਰ ਖਿੱਚ ਨਹੀਂ, ਲਗਨ ਨਹੀਂ ਤਾਂ ਅਸੀਂ ਜਿਉਂਦੇ ਹਾਂ ਕਿ ਮੁਰਦੇ? ਮੈਂ ਤਰਬਕ ਕੇ ਉਹੀ ਅਸੀਂ ਮੁਰਦੇ ਹਾਂ। ਠੀਕ। ਦਾਤਾ ਦੇਖ ਇੱਕ ਜਿਉਂਦਾ ਆਖਦਾ ਹੈ, ਬਿਰਹਾਂ ਬਿਰਹਾਂ ਆਖੀਏ ਬਿਰਹਾਂ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਨ।
ਮੈਂ ਹੁਣ ਸਮਝੀ ਕਿ ਮੈਂ ਮੁਰਦਾ ਹਾਂ। ਠੀਕ ਮੇਰੇ ਅੰਦਰ ਪਰਮਾਤਮਾ ਵੱਲ ਪਿਆਰ ਦੀ ਖਿੱਚ ਤੇ ਖਿੱਚ ਵਿੱਚ ਰਸ ਨਹੀਂ ਹੈ। ਇੰਨੇ ਨੂੰ ਪਿਤਾ ਜੀ ਆ ਗਏ ਤੇ ਉਹ ਕਾਹਲੀ ਵਿੱਚ ਸਨ, ਸੋ ਅਸੀਂ ਘਰ ਪਹੁੰਚੇ। ਭੋਜਨ ਪਾਉਣ ਦੇ ਮਗਰੋਂ ਮੈਂ ਦਾਤਾ ਜੀ ਨੂੰ ਆਪਣੇ ਪੁਸਤਕਾਲੇ ਵਿੱਚ ਲੈ ਗਈ ਤੇ ਜਾ ਕੇ ਕਿਹਾ, ਕਿਰਪਾ ਕਰਕੇ ਮੈਨੂੰ ਸਮਝਾਓ ਤੇ ਰਾਹੇ ਪਾਓ ਕਿ ਗੱਲ ਕੀ ਹੈ। ਦਾਤਾ, ਤੂੰ ਕੁਛ ਥੋੜਾ ਜਾਣਦੀ ਹੈ ਪਰ ਪਛਾਣਦੀ ਕੁਛ ਨਹੀਂ। 10 ਖਾਂ ਜਾਣਨਹਾਰ ਜੋ ਉਸ ਤੋਂ ਭਿੰਨ ਹਨ ਉਹਨਾਂ ਨੂੰ ਜਾਣਦਾ ਹੈ, ਪਰ ਆਪ ਨੂੰ ਤਾਂ ਪਛਾਣ ਸਕਦਾ ਹੈ। 10 ਖਾਂ ਤੂੰ ਕੁਛ ਥੋੜਾ ਜਾਣਦੀ ਹੈ ਪਰ ਪਛਾਣਦੀ ਕੁਝ ਨਹੀਂ। 10 ਖਾਂ ਜਾਣਨਹਾਰ ਜੋ ਉਸ ਤੋਂ ਭਿੰਨ ਯਾਨੀ ਪਦਾਰਥ ਹਨ ਉਹਨਾਂ ਨੂੰ ਜਾਣਦਾ ਹੈ, ਪਰ ਆਪ ਨੂੰ ਤਾਂ ਪਛਾਣ ਸਕਦਾ ਹੈ, ਪਰ ਆਪੇ ਨੂੰ ਜਾਣ ਕਿਕੂ ਸਕਦਾ ਹੈ। ਮੈਂ ਕਿਕੂ? ਦਾਤਾ, ਨਜ਼ਰ ਸਾਰੇ ਨਜ਼ਾਰੇ ਨੂੰ ਦੇਖਦੀ ਹੈ। ਕਦੇ ਨਜ਼ਰ ਨੇ ਆਪਣੇ ਆਪ ਨੂੰ ਵੀ ਉਸ ਤਰ੍ਹਾਂ ਡਿੱਠਾ ਹੈ ਜਿਸ ਤਰ੍ਹਾਂ ਕਿ ਸਾਰੇ ਦ੍ਰਿਸ਼ ਨੂੰ ਦੇਖਦੀ ਹੈ? ਮੈਂ ਨਹੀਂ। ਦਾਤਾ, ਫਿਰ ਦ੍ਰਿਸ਼ਟਾ ਸਦਾ ਦ੍ਰਿਸ਼ਟਾ ਹੈ। ਉਹ ਆਪੇ ਨੂੰ ਆਪਣੇ ਲਈ ਦ੍ਰਿਸ਼ਟਮਾਨ ਬਣਾ ਕੇ ਕਿਕੂ ਤੱਕ ਸਕਦਾ ਹੈ? ਉਹ ਆਪਣੇ ਆਪ ਨੂੰ ਆਪ ਅਨੁਭਵ ਕਰ ਸਕਦਾ ਹੈ। ਮੈਂ ਠੀਕ ਹੈ। ਦਾਤਾ, ਵਿਦਿਆ ਪਾ ਕੇ ਤੂੰ ਜਾਣਨਯੋਗ ਪਰਮੇਸ਼ਰ ਨੂੰ ਆਪਣੇ ਗਿਆਨ ਦਾ ਦ੍ਰਿਸ਼ਟਮਾਨ ਵਾਂਗੂ ਵਿਸ਼ਾ ਬਣਾ ਕੇ ਸਮਝਣ ਦਾ ਯਤਨ ਕੀਤਾ ਹੈ, ਜਿਸ ਨਾਲ ਜਾਣਦਿਆਂ ਹੋਇਆਂ ਜਾਣਨਯੋਗ ਨਹੀਂ ਜਾਣਿਆ ਗਿਆ। ਵਿਦਿਆ ਤਰਕ ਵਿੱਚ ਲਿਜਾਂਦੀ ਹੈ, ਤਰਕ ਕਾਰਨ ਕਾਰਯ ਦੇ ਸਿਲਸਿਲੇ ਜੋੜ ਕੇ ਨਤੀਜੇ ਕੱਢਦੀ ਹੈ ਤੇ ਸੱਤ ਨੂੰ ਜਾਣਨ ਦਾ ਯਤਨ ਕਰਦੀ ਹੈ। ਇਹ ਗਿਆਨ ਸਿੱਧਾ ਸੰਪੂਰਨ ਤੇ ਨਿਰਪੇਖਕ ਨਹੀਂ ਹੁੰਦਾ। ਯਥਾਰਥ ਗਿਆਨ ਇਸ ਤੋਂ ਅਗੇਰੇ ਹੈ। ਗਿਆਨ ਉਹ ਹੈ ਜੋ ਸੁੱਤੇ ਪ੍ਰਕਾਸ਼ ਆਪਣੇ ਆਪ ਵਿੱਚ ਸੁਤੰਤਰ ਆਪੇ ਨੂੰ ਆਪੇ ਵਿੱਚ ਪਛਾਣਦਾ ਹੋਵੇ। ਮੈਂ, ਜਿਸ ਨੂੰ ਤੁਸੀਂ ਅਨੁਭਵ ਆਖਦੇ ਹੋ। ਦਾਤਾ, ਚੰਗਾ ਇਹ ਕਹਿ ਲਓ। ਮੈਂ, ਫਿਰ ਮੇਰੇ ਗਿਆਨ ਨੂੰ ਤੁਸੀਂ ਕੀ ਆਖਸੋ? ਦਾਤਾ, ਜਾਣਨਾ। ਮੈਂ, ਠੀਕ ਠੀਕ ਦੱਸੋ। ਦਾਤਾ, तेरी पढ़ी हुई विद्या दे हिसाब तू खबरे मनो में कोश विच होसे, हो सकता है विज्ञान में कोश विच होवे, पर यथार्थ दूर है, दूर है। मैं, है अजे मैं 5 ज्ञान इंद्रियां ते मन है इत्थे हाँ? दाता, होसे। मनो में कोश अविद्या रूप है, इस तो अगे है विज्ञान में। ये मनो में बुद्धि रल के विज्ञान में कोश बनता है। करता भोगता सुख दुख अहंग सब कुछ ठाठ उसे तरह दा। मैं तां आनंदमय तो अगे आत्मा तक जानदी हाँ। दाता, जान गई कि अगे भी कुछ है तां जान गई सही। कैदी जान गया कि बंदी खानियों बार खुल ऐसो जान गया सही। मैं, फिर यथार्थ यानी सच विच किकू जावां? दाता, प्रेम दी पाठशाला विच ऊड़े ऐड़े तो संथ्या लै। मैं, तू उस्ताद जापदा है, सिखा। दाता, प्रीतम जी सिखा सकते हैं। ये कह के नैण पर आए और नाल ही मेरे कलेजे नूं धू पई ते अंजू पर आए। मैनू विद्या पा के भी क्यों सुध ना आई? दाता, तू विद्या मुर्दियां तो पाई है। तेरा वास उन्हां मुर्दियां विच है जो सड़िहान छड़ रहे हैं। मैं, त्रबक के ओ किकू? दाता, जिन्हां ने तैनू पढ़ाया है, जिन्हां ने तैनू पढ़ाया पंडित अखाए बहुती राही कोरण मोठ जिने हसन। ते जिस घर विच तू वसदी है वो आप नू आत्मा आखदे हन, पर उन्हां दा मन माया विच लीन है। ਉਹ ਪੁਰਖ ਤੇ ਕੈਵल्य ਕੂਕਦੇ ਹਨ, ਪਰ ਆਪ ਪ੍ਰਕਿਰਤੀ ਦੇ ਤਖਤੇ ਤੋਂ ਕਦੇ ਉੱਚੇ ਨਹੀਂ ਉੱਠੇ। ਮੈਂ ਕਿਕੂ? ਦਾਤਾ, ਆਤਮਾ ਦਾ ਧਰਮ ਹੈ ਦੇਣਾ, ਮਾਇਆ ਦਾ ਧਰਮ ਹੈ ਲੈਣਾ। ਤੇਰੇ ਮਾਤਾ ਪਿਤਾ ਤੇ ਘਰ ਦੇ ਲੋਕ ਜਿਨ੍ਹਾਂ ਦਾ 8 ਪੈਰ ਤੈਨੂੰ ਸੰਗ ਹੈ, ਉਹ ਲੈਣ ਸ਼ਕਤੀ ਵਿੱਚ ਪ੍ਰਬਲ ਹਨ, ਦੇਣਾ ਨਹੀਂ ਜਾਣਦੇ। ਉਹ ਆਪਣੇ ਰਾਹਕਾਂ ਤੋਂ ਕੋਹ ਕੇ
ਦੁੱਖ ਦੇ ਕੇ, ਹਾਕਮਾਂ ਨੂੰ ਵੱਡੀਆਂ ਪਹੁੰਚਾ ਕੇ ਹੱਕ ਤੋਂ ਤੇ ਕੋਲ ਕਰਾਰ ਤੋਂ ਵਧੇਕ ਖਸਦੇ ਹਨ। ਜਜਮਾਨਾਂ ਨੂੰ ਭੁਲੇਖੇ ਵਿੱਚ ਪਾ ਕੇ ਪੂਜਾ ਲੈਂਦੇ ਹਨ। ਚੋਰਾਂ ਦਾ ਮਾਲ ਸਸਤਾ ਖਰੀਦ ਲੈਂਦੇ ਹਨ। ਦਿਨ ਰਾਤ ਲੈਣ ਤੇ ਇਕੱਠੀ ਕਰਨ ਵਿੱਚ ਉਹਨਾਂ ਦੇ ਸਰੀਰ ਹੀ ਨਹੀਂ ਸਗੋਂ ਮਨ ਤੇ ਬੁੱਧੀ ਵੀ ਖਚਤ ਹਨ। ਝੂਠ ਬੋਲਦੇ ਹਨ, ਹੱਕ ਮਾਰਦੇ ਹਨ, ਦੁੱਖ ਦਿੰਦੇ ਹਨ। ਸੋ ਮਾਇਆ ਵਿੱਚ ਲੀਨ ਤੇ ਮਗਨ ਰਹਿ ਕੇ ਜੋ ਪਾਪ ਕਰਦੇ ਤੇ ਵਿਦਵਾਨ ਹੋ ਕੇ ਆਚਰਣ ਵੀ ਸੁਧ ਨਹੀਂ ਰੱਖਦੇ ਹਨ, ਉਹ ਨਾ ਕੇਵਲ ਮੁਰਦੇ ਹਨ ਸਗੋਂ ਸੜ ਰਹੇ ਮੁਰਦੇ ਹਨ। ਉਹ ਆਖਦੇ ਹਨ ਕਿ ਮਾੜੇ ਕਰਮ ਤੇ ਚੰਗੇ ਕਰਮ ਦੋਵੇਂ ਬੇੜੀਆਂ ਹਨ, ਪਰ ਅਜੇ ਉਹਨਾਂ ਦੀ ਇੱਕ ਬੇੜੀ ਮਾੜੇ ਕਰਮਾਂ ਦੀ ਵੀ ਨਹੀਂ ਟੁੱਟੀ ਤੇ ਢੀਂਗਾ ਮਾਰਦੇ ਹਨ ਕਿ ਅਸੀਂ ਆਤਮਾ ਹਾਂ, ਕੇਵਲ ਹਾਂ। ਇਹ ਕੁਸੰਗ ਦਾ ਪ੍ਰਤਾਪ ਹੈ ਕਿ ਤੂੰ ਜਾਣਦੀ ਹੋਈ ਨਹੀਂ ਜਾਣਦੀ। ਮੈਨੂੰ ਕਲੇਜੇ ਵਿੱਚ ਵੱਜੀ ਕਿ ਠੀਕ ਹੈ, ਪਿਤਾ ਜੀ ਖਟ ਸ਼ਾਸਤਰ ਵੇਤਾ ਹਨ, ਪਰ ਪੈਸੇ ਜਮ੍ਹਾਂ ਕਰਨ ਵੇਲੇ ਪਾਪ ਨੂੰ ਕੁਝ ਚੀਜ਼ ਨਹੀਂ ਸਮਝਦੇ। ਪਰ ਹਰ ਗੱਲ, ਹਰ ਸ਼ੈ ਨਾਲ ਅਤ ਦੀ ਪਕੜ ਰੱਖਦੇ ਹਨ। ਜੋ ਕੁਛ ਵਿਦਿਆ ਵਿੱਚ ਅਸਾਂ ਪੜ੍ਹਿਆ ਹੈ, ਠੀਕ ਹੈ, ਉਹ ਸਾਡੇ ਅੰਦਰ ਘਟਿਆ ਨਹੀਂ। ਦਾਤਾ ਇੱਕ ਸ਼ਲੋਕ ਇੱਥੇ ਉਚਾਰਿਆ, ਉਸ ਦਾ ਅਰਥ ਇਹ ਹੈ, ਤੈਨੂੰ ਵਿਦਿਆ ਇਸ ਲਈ ਪੜ੍ਹਾਈ ਗਈ ਸੀ, ਪ੍ਰਯੋਜਨ ਇਹ ਹੈ ਕਿ ਤੈਨੂੰ ਸ੍ਰੇਸ਼ਟ ਵਸਤੂ ਪ੍ਰਾਪਤ ਹੋਵੇ, ਨਾ ਇਸ ਲਈ ਕਿ ਤੇਰੇ ਪਿਤਾ ਨੂੰ ਚਰਚਾ ਤੇ ਵਾਦ ਚੰਗਾ ਲੱਗਦਾ ਹੈ, ਜੋ ਤੂੰ ਵਿਦਿਆ ਦੇ ਪਿੜ ਦੀ ਪਹਿਲਵਾਨ ਹੋ ਕੇ ਮੱਲੀਆਂ ਮਾਰੇ, ਪਰ ਇਸ ਲਈ ਕਿ ਤੂੰ ਵਪਾਰਨ ਹੋ ਕੇ ਗੁਣ ਵਖਰ ਦੀ ਸ਼ਾਹ ਬਣੇ ਤੇ ਤੂੰ ਸੱਚ ਨੂੰ ਆਪਣੇ। ਤੁਹਾਡੇ ਬਾਬਤ ਹੀ ਖਬਰੇ ਲਿਖਿਆ ਹੈ। ਇੱਕ ਸ਼ਲੋਕ ਹੈ ਜਿਸ ਦਾ ਅਰਥ ਇਹ ਹੈ, ਅਗਿਆਨ ਵਿੱਚ ਵਸਦੇ ਹੋਏ ਪਰ ਆਪਣੇ ਆਪ ਨੂੰ ਪੰਡਤ ਤੇ ਬੁੱਧੀਮਾਨ ਮੰਨਦੇ ਹੋਏ ਮੂਰਖ ਇੱਧਰ ਉੱਧਰ ਭਟਕਦੇ ਹਨ, ਜਿਸ ਤਰ੍ਹਾਂ ਅੰਨਾ ਆਦਮੀ ਅੰਨੇ ਦੀ ਅਗਵਾਨੀ ਵਿੱਚ ਭਟਕਦਾ ਹੈ। ਇਸ ਲਈ ਵਿਦਿਆ ਤੁਹਾਨੂੰ ਮਾਨੋ ਸ਼ਰਾਬ ਦੇ ਗਈ ਹੈ। ਮੈਂ ਇਹ ਵਾਕ ਸੁਣ ਕੇ ਕੱਟ ਗਈ। ਮੈਂ ਦੇਖ ਲਿਆ ਕਿ ਮੈਂ ਪੜ੍ਹ ਸੁਣ ਕੇ ਨਿਰੀ ਲੜਨੇ ਵਾਲੀ ਬੁਲਬੁਲ ਬਣੀ ਹਾਂ। ਠੀਕ ਜਿਸ ਦੀ ਬਾਬਤ ਮੈਂ ਪੜ੍ਹਿਆ ਹੈ, ਉਸ ਵੱਲੋਂ ਮੁਰਦਾ ਹਾਂ, ਨਾਸਤਕ ਹਾਂ ਤੇ ਅੰਨੀ ਹਾਂ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।